ਦੀ ਮਿਸਾਲ ਹੈ ਆ ਪਛਤਾਏ ਕਿਆ ਹੋ ਜਬ ਚਿੜੀਆਂ ਚੁਗ ਗਈ ਖੇਤ ਵੀ ਜਦੋਂ ਦਾਣਾ ਚਿੜੀਆਂ ਚੁਗ ਜਾਣ ਉਦੋਂ ਪਛਤਾਉਣ ਦਾ ਮਕਸਦ ਕੋਈ ਨਹੀਂ ਹੁੰਦਾ। ਭਾਈ ਲਾਹੌਰ ਤੋਂ ਆਏ ਨੇ 60 ਤੋਂ 70 ਲੱਖ ਰੁਪਇਆ ਉਹਨਾਂ ਦੇ ਕੋਲ ਹੈ। ਉਹਨਾਂ ਆਖਿਆ ਨਾਦਰ ਭਾਈ ਮਸ਼ਵਰਾ ਹੀ ਮਾਨਤ ਮਸ਼ਵਰਾ ਦਵੋ, ਅਸੀਂ ਗਾਵਾਂ ਦੇ ਦੁੱਧ ਦਾ ਕੰਮ ਸ਼ੁਰੂ ਕਰਨਾ ਚਾਹ ਰਹੇ। ਕਿਸ ਤਰ੍ਹਾਂ ਕਰੀਏ, ਕਿੱਥੋਂ ਕਰੀਏ, ਕਿੰਨੇ ਦੁੱਧ ਤੋਂ ਕਰੀਏ, ਕਿੰਨੇ ਜਾਨਵਰਾਂ ਤੋਂ ਕਰੀਏ, ਕਿੰਨੇ ਰੇਟ ਵਾਲੇ ਇਹਨਾਂ ਨੂੰ ਚੁੱਪ ਕਰਾ ਯਾਰ ਜ਼ਰਾ ਇਹਨਾਂ ਦੇ ਲੱਗ ਗਿਆ, ਕਿੰਨੇ ਰੇਟ ਵਾਲੇ ਜਾਨਵਰ ਲਈਏ। ਕੀ ਭਾਈ ਤੁਹਾਡਾ ਸਵਾਲ ਸੀ, ਜ਼ਰਾ ਫਿਰ ਇੱਕ ਵਾਰੀ ਤਫਸੀਲ ਨਾਲ ਦੱਸੋ। जी मेरा सवाल यही था कि 60 से 65 लाख का बजट है, तो उसमें जो क्रॉस ब्रीड है उसके हवाले से चीज़ें चल रही हैं कि 20 प्लस वाला जानवर जो होता है मार्केट में यही है कि ज़्यादा अच्छा वो रहता है। लेकिन मशवरा ये चाहिए था कि पहली दफ़ा जब एक्सपीरियंस नहीं है तो कौन सा जानवर किस ब्रीड का और कितने क्रॉस में लेना चाहिए कि इंसान फंस ना जाए पहली दफ़ा में। ਦੋਸਤੋ ਬੜੇ ਧਿਆਨ ਨਾਲ ਤੁਸੀਂ ਗੱਲ ਸੁਣਨੀ ਹੈ। ਇਹਨਾਂ ਭਾਈਆਂ ਨੂੰ ਵੀ ਸਿੱਖਣ ਨੂੰ ਮਿਲੇਗਾ, ਤੁਹਾਨੂੰ ਵੀ ਮਿਲੇਗਾ। ਇੱਕ ਤੇ ਜਿੰਨੇ ਵੀ ਤੁਹਾਡੇ ਕੋਲ ਪੈਸੇ ਨੇ, ਅਗਰ ਤੁਹਾਡਾ ਅੱਗੇ ਜ਼ਿੰਦਗੀ 'ਚ ਤੁਸੀਂ ਪੱਠੇ ਨਹੀਂ ਪਾਏ, ਡੰਗਰ ਨਹੀਂ ਰੱਖੇ, ਮੱਝਾਂ ਗਾਵਾਂ ਨਹੀਂ ਰੱਖੀਆਂ, ਤੇ ਇਹ 20 ਪਲੱਸ ਵਾਲਾ ਕਨਸੈਪਟ ਆਪਣੇ ਜੇਨ 'ਚੋਂ ਖਤਮ ਕਰ ਲੈਣਾ। ਇਹ ਕੀੜਾ ਆਪਣਾ ਮਾਰ ਲੈਣਾ 20 ਪਲੱਸ ਵਾਲਾ। ਇਹ ਲਫ਼ਜ਼ੀ ਤੇ ਰਵਾਇਤੀ ਗੱਲਾਂ ਨੇ। 20 ਪਲੱਸ ਦੁੱਧ ਵਾਹਵਾ ਸਾਰਾ ਦੁੱਧ ਹੁੰਦਾ, ਤੇ 20 ਪਲੱਸ ਦੁੱਧ ਜਾਨਵਰ ਦੀ ਕੈਪੇਬਿਲਿਟੀ ਤੋਂ ਬਾਅਦ ਤੁਹਾਡੀ ਡਾਈਟ, ਤੁਹਾਡੀ ਕੇਅਰ, ਤੁਹਾਡੇ ਪੱਠੇ, ਤੁਹਾਡੇ ਮਿਨਰਲ, ਤੁਹਾਡਾ ਨਮਕ, ਮਿੱਠਾ ਸੋਡਾ, ਦੇਖਭਾਲ, ਪਾਣੀ ਧਾਣੀ, ਰਿਹਾਇਸ਼, ਮਾਹੌਲ, ਹਰ ਚੀਜ਼ ਤੇ ਡਿਪੈਂਡ ਕਰਦਾ। ਉਹਦੀ ਨਸਲ ਨੇ ਹੀ ਦੁੱਧ ਨਹੀਂ ਦੇਣਾ। ਬੜੀਆਂ ਸਾਰੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬੰਦਾ ਇੱਕ ਵੀਡੀਓ ਤੇ ਬਿਆਨ ਨਹੀਂ ਕਰ ਸਕਦਾ, ਲੇਕਿਨ ਉਹ ਬੰਦਾ ਇੱਕ ਵੀਡੀਓ 'ਚ ਕਿਸੇ ਨੂੰ ਕੋਈ ਦੁਨੀਆ ਦਾ ਸਿਖਾ ਵੀ ਨਹੀਂ ਸਕਦਾ। ਹੁਣ ਇਹਨਾਂ ਨੂੰ ਮੈਂ ਮਸ਼ਵਰਾ ਦਿੰਦਾ ਕਿ ਇਹਨਾਂ 60-70 ਲੱਖ ਕੀ ਕਰਨ। ਸਭ ਤੋਂ ਪਹਿਲੀ ਤੇ ਆਪਸ਼ਨ ਇਹ ਵੇ ਕਿ ਕੋਈ ਵੀ ਬੰਦਾ 20-30-40% ਜਿਹਦੇ 'ਚ ਕਰਾਸ ਹੈ ਫਰੀਜ਼ੀਅਨ ਦਾ ਜਾਂ ਜਰਸੀ ਦਾ, ਉਹ ਜਾਨਵਰ ਲਵੋ। 20 ਵਾਲੇ ਕਨਸੈਪਟ ਨੂੰ ਦੇਣ 'ਚੋਂ ਕੱਢ ਦਿਓ। ਆਮ ਜਿਹੜੇ ਜਾਨਵਰ ਨੇ 4.5 ਤੋਂ ਲੈ ਕੇ 5.5-6 ਲੱਖ ਵਾਲੇ ਉਹ ਲਵੋ, ਜਿਹੜੇ 15 ਕਿਲੋ ਤੋਂ 20 ਕਿਲੋ ਦੇ ਦਰਮਿਆਨ ਦੁੱਧ ਵਾਲੇ ਹੋਣ। ਉਹਨਾਂ ਨੂੰ ਲੈ ਕੇ ਆਪਣਾ ਰੱਖੋ ਤੇ 60-70 ਲੱਖ ਫੌਰੀ ਇਨਵੈਸਟ ਨਾ ਕਰੋ, ਤੇ ਇੱਕ ਜਾਨਵਰ ਵੀ ਲੈ ਕੇ ਉਹਦੇ ਨਾਲ ਫਾਇਦਾ ਨਾ ਲੱਗ ਜਾਓ। ਕਮ ਅਜ਼ ਕਮ 3 ਤੋਂ 4 ਜਾਨਵਰ ਲਵੋ ਇਕੱਠੇ, ਤਾਂ ਕਿ ਪ੍ਰੋਪਰ ਤੁਸੀਂ ਉਹਨਾਂ ਦੀ ਦੇਖਭਾਲ ਕਰੋ, ਉਹਨਾਂ ਦੀ ਨਫਸੀਆਤ ਸਮਝੋ, ਇੱਕ ਜਗ੍ਹਾ ਤੇ ਉਹ ਰਹਿਣ ਔਰ ਟੋਟਲ ਕ੍ਰਾਸ ਹੋ। ਲਾਈਕ ਕਿਸ ਤਰ੍ਹਾਂ ਤੁਹਾਨੂੰ ਮੈਂ ਮਿਸਾਲ ਦੇਣਾ, ਇੱਧਰ ਲਿਆਓ ਜ਼ਰਾ ਕੈਮਰਾ। ਇਹ ਉਹ ਜਾਨਵਰ ਹੈ, ਇਹਦਾ ਤਕਰੀਬਨ ਇਹਦੇ 'ਚ 20 ਤੋਂ 30% ਫਰੀਜ਼ੀਅਨ ਹੋਏਗਾ, ਬਾਕੀ ਇਹ ਸਾਰੀ ਚੋਲਸਤਾਨੀ ਹੈ। ਦੁੱਧ ਆਰਾਮ ਨਾਲ 15 ਤੋਂ 18 ਕਿਲੋ ਕ੍ਰਾਸ ਹੋ ਕੇ ਦੇਗੀ। ਇਹ ਹੁਣ ਤਕਰੀਬਨ 80% ਫਰੀਜ਼ੀਅਨ ਹੈ, ਚੋਲਸਤਾਨੀ ਵਿੱਚ 20% ਹੈ। ਦੁੱਧ ਦੇ ਕੋਲ 24-25 ਲੀਟਰ ਹੈ। ਇਹ ਇੱਕ ਖਿਲਾੜੀ ਬੰਦਾ ਲੈ ਸਕਦਾ, ਜਿਹਨੂੰ ਸਮਝ ਹੈ, ਜਿਹਨੂੰ ਅਕਲ ਹੈ, ਜਿਹਨੂੰ ਦੇਖਭਾਲ ਦਾ ਪਤਾ ਹੈ ਕਿ ਪਿਓਰਿਟੀ ਦੇ ਵਿੱਚ ਜ਼ਿਆਦਾ ਪੁਆਇੰਟਸ ਉਹਦੇ ਸਾਹਮਣੇ ਨਜ਼ਰ ਆਉਂਦੇ ਨੇ। ਲੱਕ ਸਟ੍ਰੇਟ ਹੈ, ਚੱਡਾ ਨਾਲ ਸੀ ਪਿਆ, ਧੁਨੀ ਕੋਲੀ ਦੀ ਥੱਲੋਂ ਬਿਲਕੁਲ ਜਿਹੜੀ ਹੈ ਉਹ ਸਾਫ਼ ਹੈ, ਉਛਲ ਥੱਲੇ ਗੋਡਿਆਂ ਤੱਕ ਆਉਂਦੇ ਹੀ ਹੈ, ਸੂਤ ਤੇ ਵੱਟ ਕੋਈ ਨਹੀਂ, ਝਾਲਰ ਅੱਗੇ ਕੋਈ ਨਹੀਂ, ਕੰਨ ਛੋਟਾ ਹੈ। ਇਹ ਸਾਰੀਆਂ ਚੀਜ਼ਾਂ ਇੱਧਰ ਆਓ, ਪਿੱਛੋਂ ਹੱਡੀਆਂ ਡਾਊਨ, ਪੂਛ ਮੋਟੀ, ਚੱਡੇ ਦੇ ਹਰ ਡਿਜ਼ਾਈਨ ਜਿਹੜਾ ਨਾ ਹੋਰ ਦਾ ਹੋਰ ਹੋ ਜਾਂਦਾ। ਇਹ ਜਾਨਵਰ ਕ੍ਰਾਸ ਦਾ, ਇੱਧਰ ਲਿਆਓ ਜਰਾ। ਇਹ ਜਿਵੇਂ ਹੁਣ ਜਾਨਵਰ ਹੈ, ਇਹ ਸਾਹਮਣੇ ਆਈ ਹੈ ਬੱਚੀ। ਇਹ ਬੱਚੀ ਪਹਿਲਨ ਹੋ ਗਿਆ ਇਸ ਟਾਈਮ 23-24 ਲੀਟਰ ਤੇ, ਲੇਕਿਨ ਇਹਨੂੰ ਅਗਰ ਨਵਾਂ ਬੰਦਾ ਖੜ ਕੇ ਬੰਨੇਗਾ ਤੇ ਉਹਨੇ ਇੱਕ ਤੇ ਦੁੱਧ ਇਹਦੇ ਕੋਲ 14-15-16 ਲੀਟਰ ਚ ਹੋਣਾ, ਤੇ ਉਹਨੂੰ ਇਹ ਲੱਗਣਾ ਕਿ ਯਾਰ ਉਹਦੇ ਕੋਲ ਮਸ਼ੀਨ ਮੈਂ ਖੜੀ ਹੈ। ਪਿਛਲੇ 24 ਆਖਿਆ ਮੈਂ 16 ਚੋਣ ਡਿਆ, ਪਿਛਲਿਆਂ ਦਾ ਕੋਈ ਕਿਰਦਾਰ ਨਹੀਂ ਹੈ ਗਾਇ ਦਾ। ਨਹੀਂ, ਗਾਇ ਦੀ ਨਸਲ ਤੋਂ ਬਾਅਦ ਤੁਹਾਡਾ ਆਪਣਾ ਵੀ ਕੰਮ ਹੁੰਦਾ, ਆਪਣਾ ਵੀ ਕਿਰਦਾਰ ਹੁੰਦਾ। ਇਹਨਾਂ ਜਾਨਵਰਾਂ ਬੰਦਾ ਕਿਤੇ ਤੌਰ ਤੇ ਨਾ ਜਾਏ। ਇਹ ਕ੍ਰਾਸ ਜਾਨਵਰ, ਇਹ ਕ੍ਰਾਸ ਜਾਨਵਰ ਜਿਹੜੇ ਤੁਹਾਨੂੰ 5-6 ਦੇ ਬਜਟ 'ਚ, ਇਹ ਕ੍ਰਾਸ ਵੱਛੀ ਆਰਾਮ ਨਾਲ 15-16 ਲੀਟਰ ਦੀ ਐਵਰੇਜ, ਚੋਲਸਤਾਨੀ ਵੱਛੀ ਆਰਾਮ ਨਾਲ 15-16 ਲੀਟਰ ਦੀ ਐਵਰੇਜ। ਇਹ ਜਾਨਵਰਾਂ ਦੇ ਜਿੰਨੇ ਕੁ ਫਾਇਦੇ ਨੇ ਆਓ ਤੁਹਾਨੂੰ ਮੈਂ ਦੱਸਾਂ। ਇੱਧਰ ਲਿਆਓ। ਇਹਨਾਂ ਦੇ ਦੋਸਤੋ ਫਾਇਦੇ ਜਿਹੜੇ ਨੇ ਉਹ ਇਹ ਨੇ ਕਿ ਬਬੀਰੀਆ, ਥਲੀਰੀਆ, ਰਾਤ ਮੂਤਰਾ, ਇਹਨਾਂ ਚੀਜ਼ਾਂ ਤੋਂ ਬੜੀ ਹੱਦ ਤੱਕ ਬਚੇ ਰਹਿੰਦੇ ਨੇ। ਸੂਤਕ ਵਗੈਰਾ ਇਹਨਾਂ ਨੂੰ ਨਹੀਂ ਹੁੰਦਾ। ਸਾੜੂ ਤੋਂ ਬੜੀ ਹੱਦ ਤੱਕ ਮਹਿਫੂਜ਼ ਰਹਿੰਦੇ ਨੇ। ਚੱਡਾ ਐਡਾ ਵੱਡਾ ਹੋਣ ਦੀ ਜਿਹੜੀ ਇਹ ਟੈਨਸ਼ਨ ਨਹੀਂ ਹੁੰਦੀ। ਇਹ ਜਾਨਵਰ ਗਰਮੀ ਦੇ ਹਲਾਰੇ ਦੇ ਉੱਤੇ ਜਿਹੜਾ ਨਹੀਂ ਚੜਦੇ, ਅਚਾਨਕ ਅਟੈਕ ਨਹੀਂ ਹੋ ਜਾਂਦਾ, ਬੜੀ ਸਾਰੀ ਬਿਮਾਰੀਆਂ ਤੋਂ ਬਚਦੇ ਨੇ। ਨੁਕਸਾਨ ਇਹਨਾਂ ਦਾ ਇੱਕ ਹੀ ਹੈ ਕਿ ਦੁੱਧ ਥੋੜਾ ਦਿੰਦੇ ਨੇ। ਆਹਿਸਤਾ ਇਹ ਹੀ ਭਾਈ ਜਦੋਂ ਕ੍ਰਾਸ ਦੇ ਜਾਨਵਰ ਰੱਖਦੇ ਨੇ, 4 ਅਗਰ ਇਹਨਾਂ ਰੱਖੇ ਨੇ, ਉਹਨਾਂ ਨੂੰ ਇਹਨਾਂ ਪ੍ਰੋਪਰ ਆਪਣਾ 25-30 ਲੱਖ ਰੁਪਇਆ ਜਾਂ 20 ਲੱਖ ਰੁਪਇਆ ਚੌਂ ਤੇ ਇਨਵੈਸਟ ਕੀਤਾ। ਉਹ ਇਨਵੈਸਟ ਕਰਕੇ 15 ਲੀਟਰ ਦੀ ਐਵਰੇਜ ਲੈ ਰਹੇ ਨੇ ਗਾਂ ਦੇ ਕੋਲੋਂ, ਉਹਨਾਂ ਦੇ ਬੱਚਿਆਂ ਨੂੰ ਪਾਲ ਰਹੇ ਨੇ।
ਜਦੋਂ ਉਹਨਾਂ ਨੂੰ ਇਹਨਾਂ ਨੇ ਮਹੀਨਾ ਦੋ ਵੇਖ ਲਿਆ, ਉਦੋਂ ਨੂੰ ਉਹਨਾਂ ਦਾ ਸੂਆ ਚੱਲ ਪਿਆ, ਫਿਰ 2 ਮਹੀਨੇ ਕਮ ਅਜ਼ ਕਮ ਵੇਖ ਕੇ ਨੈਕਸਟ ਫਿਰ ਜਾਨਵਰਾਂ ਦਾ ਫਲਾਕ ਪਾਣ ਆਪਣੇ ਜਿਹੇ ਨਾਲ ਸੋਚ ਲੈਣ ਕਿ ਯਾਰ ਮੈਨੂੰ ਇਹ ਹੀ ਸੂਟੇਬਲ ਨੇ, ਜਾਂ ਮੈਂ ਥੋੜੇ ਜਿਹੇ ਵੱਧ ਦੁੱਧ ਵਾਲੇ ਲੈਣੇ ਨੇ, ਜਾਂ ਮੈਂ ਇਸ ਤੋਂ ਵੀ ਥੋੜੇ ਜਿਹੇ ਘੱਟ ਦੁੱਧ ਵਾਲੇ ਲੈਣੇ ਨੇ। ਆਹਿਸਤਾ ਆਹਿਸਤਾ ਕੰਮ ਨੂੰ ਜਦੋਂ 1 ਸਾਲ ਦੇ ਵਿੱਚ ਤੁਸੀਂ ਸਿੱਖ ਲਵੋ ਕਿ ਜਾਨਵਰ ਨੂੰ ਪਾਣੀ ਕਿਦੋਂ ਡਾਣਾ ਹੈ, ਪੱਠੇ ਕਿਦੋਂ ਪਾਣੇ ਨੇ, ਵੈਕਸੀਨ ਕਿਹੜੀ ਕਰਾਣੀ ਹੈ, ਕਿ ਚੈੱਕ ਕਿਵੇਂ ਕਰਨਾ, ਜਾਨਵਰ ਨੂੰ ਜਗਾਲੀ ਨਹੀਂ ਕਰਨ ਡਿਆ, ਪਿਸ਼ਾਬ 'ਚ ਕੁਝ ਕਰਨ ਡਿਆ, ਗੋਹੇ 'ਚ ਕੁਝ ਕਰਨ ਡਿਆ, ਮੱਖੀਆਂ ਲੜਨ ਡਈਆਂ ਨੇ, ਚਿੱਚੜ ਪਏ ਨੇ, ਛੋਟੀਆਂ ਛੋਟੀਆਂ ਚੀਜ਼ਾਂ 1 ਸਾਲ 'ਚ ਜਦੋਂ ਤੁਸੀਂ ਸਮਝਦਾਰੀ ਦੇ ਨਾਲ ਸਿੱਖਣੀਆਂ ਨਾ, ਫਿਰ ਤੁਸੀਂ ਆਪਣੇ ਪੈਸੇ 7 8 9 10 ਲੱਖ ਵਾਲਾ ਜਾਨਵਰ ਖਰੀਦਣ ਲੱਗ ਪਓ। ਪਹਿਲੇ ਹੀ ਭਾਅ ਜਿਹੜਾ ਅਸੀਂ ਪਾਕਿਸਤਾਨੀ ਸੋਚਦਾ ਨਾ ਵੀ 50 ਲੀਟਰ ਵਾਲੀ ਇਹ ਗਾਂ ਲਿਆਉਣੀ ਹੈ ਜਾਂ 40 ਵਾਲੀ ਲਿਆਉਣੀ ਹੈ, 30 ਵਾਲੀ ਲਿਆਉਣੀ ਹੈ, ਉਹ ਅਸੀਂ ਲਿਆ ਕੇ ਤੇ ਉੱਥੇ ਹੀ ਕੰਮ ਸਾਡਾ ਠੇਂ ਠੱਪ ਹੋ ਜਾਂਦਾ, ਅਸੀਂ ਬਹਿ ਜਾਂਦੇ ਹਾਂ। ਅਗਰ ਅਸੀਂ ਕਾਮਯਾਬ ਆ, ਅਸੀਂ ਕਿਸੇ ਨੂੰ ਮਸ਼ਵਰੇ ਦੇਣ ਲਿਆ, ਸਾਡੇ ਕੋਲ ਕੋ ਆਇਆ ਤੇ ਅਸੀਂ ਮਾਰ ਖਾਧੀ ਹੈ, ਰੁਲੇ ਆ, ਧੱਕੇ ਖਾਦੇ ਨੇ, ਠੇਡੇ ਖਾਦੇ ਨੇ, ਘਾਟੇ ਪਵਾਏ ਨੇ, ਨਫੇ ਕੀਤੇ ਨੇ, ਸਾਰੇ ਟੁੱਚ ਪੰਗੇ ਜਿਹੜਾ ਨਾ ਲੈ ਕੇ ਇੱਥੇ ਪਹੁੰਚਿਆ, ਤੇ ਅੱਗੋਂ ਵੀ ਲੈਨੇ ਹੁੰਨੇ ਆ, ਤੇ ਤਾਂ ਹੀ ਰੋਜ਼ਾਨਾ ਸਿੱਖਦੇ ਰਹਿੰਦੇ ਆ। ਇਨਸਾਨ ਦਾ ਇਲਮ ਕਦੀ ਵੀ ਮੁਕੰਮਲ ਨਹੀਂ ਹੁੰਦਾ, ਚਾਹੇ ਉਹ 100 ਸਾਲਾਂ ਦਾ ਹੋਈਏ ਤੇ ਚਾਹੇ 200 ਸਾਲ ਦਾ ਹੋਈਏ। ਇਹ ਮਾਂ ਦੇ ਪੇਟ ਤੋਂ ਲੱਗ ਕੇ ਨਾ ਤੇ ਕਬਰ ਦੀਆਂ ਆਖਰੀਆਂ ਕੰਧਾਂ ਤੱਕ ਬੰਦੇ ਨੇ ਇਲਮ ਸਿੱਖਣਾ ਹੁੰਦਾ। ਮਸ਼ਵਰਾ ਹੁਣ ਸਰਸਰੀ ਤੁਹਾਨੂੰ ਦੇ ਦਿੱਤਾ, ਤੁਸੀਂ ਭਾਈ 70 ਲੱਖ ਰੁਪਏ ਦੇ ਵਿੱਚ 3 ਤੋਂ 4 ਜਾਨਵਰ ਪਾਣੇ ਨੇ, ਕਿਉਂਕਿ ਇੱਕ ਤੁਸੀਂ ਖੜੋਗੇ ਇੱਥੋਂ ਸਾਡੇ ਕੋਲੋਂ, ਜਾਂ ਕਿਤੋਂ ਵੀ ਤੁਸੀਂ ਇੱਕ ਜਾਨਵਰ ਲਵੋਗੇ, ਇੱਥੋਂ ਤੁਹਾਨੂੰ ਲਾਹੌਰ ਦਾ ਕਿਰਾਇਆ ਪੈ ਗਿਆ 20,000, ਉੱਥੇ ਜਾ ਕੇ ਜਿਹੜੇ ਪੱਠੇ ਲਿਆਉਣੇ ਨੇ ਉਹਦਾ ਲੋਡਰ ਦਾ ਕਿਰਾਇਆ ਫਿਰ ਤੁਹਾਨੂੰ ਪੈ ਗਿਆ, ਪੱਠਿਆਂ ਦੀ ਕਾਸਟ ਜ਼ਿਆਦਾ ਪੈ ਗਈ, ਬੰਦਾ ਵੀ ਤੁਸੀਂ ਰੱਖਣਾ, ਬੰਦੇ ਦੀ ਵੀ ਕਾਸਟ ਪੈ ਗਈ, ਇੱਕ ਗਾਂ ਦੇ ਵੀ ਪੱਖਾ ਉਹ ਲੱਗਣਾ, 4 ਗਾਵਾਂ ਦੇ ਵੀ ਪੱਖਾ ਉਹ ਲੱਗਣਾ, ਬਿਜਲੀ ਦੀ ਕਾਸਟ ਵੀ ਪੈ ਗਈ, ਚੁਆਈ ਕਰਨੀ ਹੈ, ਦੁੱਧ ਵੇਚਣਾ, ਲੱਦ ਕੇ ਖੜਨਾ, ਟਾਈਮ ਸ਼ਾਈਮ ਹਰ ਚੀਜ਼ ਜਿਹੜੀ ਹੈ ਉਹ ਤੁਹਾਨੂੰ ਕਾਸਟ ਪੈ ਗਈ। ਅਗਰ ਤੇ ਘਰ ਪੀਣ ਲਈ ਰੱਖਣਾ, ਤੁਸੀਂ ਅਫੋਰਡ ਕਰ ਸਕਦੇ ਹੋ, ਤੁਹਾਨੂੰ 400-500 ਰੁਪਏ ਕਿਲੋ ਇੱਕ ਗਾਂ ਦਾ ਦੁੱਧ ਪਵੇ ਲੀਟਰ ਘਰ, ਤੇ ਕੋਈ ਇਸ਼ੂ ਨਹੀਂ, ਤੁਸੀਂ ਪੀਓ। ਕਾਰੋਬਾਰੀ ਜੇ ਨਾਲ ਚੱਲਣਾ ਤੇ 3 ਤੋਂ 4 ਗਾਵਾਂ ਹੋਣ ਫਸਟ ਕਲਾਸ। ਇੱਥੋਂ ਜਿਹੜੀ ਇੱਕ ਗੱਡੀ ਜਾਏ 20,000 ਚ, ਉਹ ਤੁਹਾਡੇ 3-4 ਜਾਨਵਰ ਲੈ ਕੇ ਜਾਏ, ਤੁਹਾਨੂੰ ਫੀ ਜਾਨਵਰ ਕਿਰਾਇਆ 4-5 ਹਜ਼ਾਰ ਰੁਪਈਆ ਪਵੇ, ਜਿਹੜਾ 20,000 ਪੈਣਾ। ਉਸ ਤੋਂ ਬਾਅਦ ਜਦੋਂ ਜਾਨਵਰ ਜਾਏ, ਤੁਸੀਂ ਵੈਕਸੀਨ ਜਾਨਵਰ ਨੂੰ ਕਰਵਾਓ, ਤੁਹਾਡੀ ਉਹ ਖਰਚਾ ਬਚੇ। ਤੁਸੀਂ ਇੱਕ ਦਵਾਈ ਲਿਆਓ, ਤੁਹਾਡੇ 2 ਜਾਨਵਰਾਂ ਨੂੰ ਲੱਗੇ, ਤੁਹਾਡਾ ਖਰਚਾ ਬਚੇ। ਤੁਸੀਂ ਬੰਦਾ ਰੱਖੋ 4 ਜਾਨਵਰਾਂ ਤੇ ਰਵੇ, ਉਹਨੂੰ ਪਤਾ ਹੈ ਮੈਂ ਇਹਨਾਂ 4 ਤੋਂ ਸ਼ੁਰੂਆਤ ਕਰਨੀ, ਦੁੱਧ ਚੋਵੋ ਫਸਟ ਹੈਂਡਸਮ ਅਮਾਉਂਟ ਤੁਹਾਡੇ ਕੋਲ ਇਕੱਠੀ ਹੋਵੇ, ਉਹਨਾਂ ਦੇ ਬੱਚੇ ਚਾਰੇ ਦੁੱਧ ਪੀਣ, ਉਧਰੋਂ ਪੈਸਾ ਬਚੇ, ਬਿਜਲੀ ਤੁਹਾਡੀ ਇਕੱਠੀ ਲੱਗੇ, ਬੰਦੇ ਤੇ ਤੁਹਾਡਾ ਖਰਚਾ ਹੋਏ, ਜਿਹੜਾ ਆਪਣਾ ਡੇਰਾ ਹੈ ਤੁਹਾਡਾ ਉਹਦੀ ਤੁਸੀਂ ਕਿਰਾਇਆ ਕਾਸਟ ਪਾਓ, ਉਹ ਤੁਹਾਡੀ ਐਵਰੇਜ ਉਹਦੇ ਤੇ ਪਵੇ। 4 ਜਾਨਵਰ ਜਦੋਂ ਤੁਸੀਂ ਰੱਖਦੇ ਹੋ, ਅਗਲੇ 2 ਤੋਂ 3 ਮਹੀਨੇ ਦੇ ਵਿੱਚ, ਇੱਧਰ ਆਓ ਯਾਰ ਇਹਨਾਂ ਨੂੰ ਚੁੱਪ ਕਰਾਓ, ਅਗਲੇ 3 ਤੋਂ 4 ਮਹੀਨੇ ਤੁਸੀਂ ਜਾਨਵਰ ਖੜਦੇ ਹੋ, ਇਹਨਾਂ 3-4 ਮਹੀਨਿਆਂ ਚ ਬੋਲਣ ਲੱਗ ਪੈਣਾ, ਯਾਨੀ ਕਿ ਸਾਨੂੰ ਇਨਸੈਮੀਨੇਟ ਕਰਾਓ, ਟੀਕਾ ਰਖਾਓ ਜੀ। ਜਦੋਂ ਜਾਨਵਰ ਤੁਹਾਡੇ ਬੋਲਣੇ ਸ਼ੁਰੂ ਹੁੰਦੇ ਨੇ ਨਾ, ਤੁਸੀਂ ਉਹਨਾਂ ਨੂੰ ਸਭ ਨੂੰ ਡੋਜ਼ ਰਖਵਾਓ ਸੈਕਸੀਮਨ ਦੀ, ਪਿਓਰ, ਕੋਈ ਇਸ਼ੂ ਨਹੀਂ। ਜਰਸੀ ਦਾ ਰਖਵਾਓ, ਤੁਸੀਂ ਫਰੀਜ਼ੀਅਨ ਦਾ ਰਖਵਾਓ, ਉਹਦੇ ਨਾਲ ਤੁਹਾਨੂੰ ਕੀ ਫਾਇਦਾ ਹੋਏਗਾ ਕਿ ਤੁਹਾਡਾ ਇੱਕ ਕ੍ਰਾਸ ਦਾ ਜਾਨਵਰ ਹੈ 15-20 ਲੀਟਰ ਵਾਲਾ, ਇੱਕ ਤੁਸੀਂ ਉਹਨੂੰ 35-40 ਲੀਟਰ ਵਾਲਾ ਸੈਕਸੀਮਨ ਦੀ ਡੋਜ਼ ਰਖਾ ਰਹੇ ਹੋ। 1 ਸਾਲ ਬਾਅਦ ਤੁਹਾਡੇ ਕੋਲ ਬੱਚਾ ਹੁੰਦਾ, 3 ਸਾਲ ਬਾਅਦ ਉਹ ਅੱਗੋਂ ਜਾ ਕੇ ਇਨਸੈਮੀਨੇਟ ਕਰਦਾ, 3 ਸਾਲ 'ਚ ਜਿਹੜਾ ਤੁਹਾਡਾ ਐਕਸਪੀਰੀਅੰਸ ਹੋਏਗਾ, ਤੁਸੀਂ ਪਿਓਰ ਨੂੰ ਸਾਂਭਣ ਜੋਗੇ ਹੋਈਏ। 3 ਸਾਲ ਬਾਅਦ ਤੁਸੀਂ ਪਿਓਰ ਜਾਨਵਰ ਨੂੰ ਸਾਂਭਣ ਜੋਗੇ ਤਸੱਲਾ ਦੇ ਨਾਲ ਹੋਈਓਗੇ। ਦੁੱਧ ਤੁਹਾਡਾ ਫਿਰ 35-40-50 ਲੀਟਰ ਕੋਈ ਨਹੀਂ, ਤੁਸੀਂ ਹਰ ਚੀਜ਼ ਨੂੰ ਮੋਨੀਟਰ ਕਰ ਸਕੋਗੇ। 3 ਮਹੀਨੇ ਬਾਅਦ ਜਦੋਂ ਇਨਸੈਮੀਨੇਟ ਤੁਸੀਂ ਗੱਭਣ ਕਰਾਉਣ ਲੱਗ ਪੈਂਦੇ ਹੋ ਆਪਣੀਆਂ ਗਾਵਾਂ ਨੂੰ, 2 ਹੋਈਆਂ 3 ਹੋਈਆਂ, ਫਿਰ ਆਪਣੇ ਜਾਨਵਰ ਜਿਹੜਾ ਤੁਸੀਂ 25 ਲੱਖ ਰੁਪਇਆ ਫਰਜ਼ ਕਰੋ ਜਾਂ 20 ਲੱਖ ਰੁਪਇਆ 4 ਜਾਨਵਰਾਂ ਦਾ ਲਾਇਆ, ਪਿੱਛੇ ਤੁਹਾਡੇ ਕੋਲ 50 ਜਾਂ 45-50 ਲੱਖ ਰੁਪਇਆ, ਫਿਰ 3 ਮਹੀਨੇ ਬਾਅਦ ਉਹਦੇ ਜਾਨਵਰ ਪਾਓ, ਫਿਰ 3 ਜਾਨਵਰ ਪਾਓ ਜਾਂ 4 ਜਾਨਵਰ ਪਾਓ, ਠੀਕ ਹੈ। ਉਸੇ ਹੀ ਖਰਚਿਆਂ ਨੂੰ ਮੈਨੇਜ ਕਰਦੇ ਹੋਣਾ, ਪਹਿਲਾਂ ਉਹਨਾਂ ਚਾਹੂੰ ਤੇ ਸਿੱਖੋ ਕਿ ਤੁਸੀਂ ਕਰਨਾ ਹੈ ਕਿ ਨਹੀਂ ਕਰਨਾ, ਤੁਹਾਡੀ ਸਮਝ 'ਚ, ਤੁਹਾਡੀ ਨਹੀਂ ਸਮਝ 'ਚ। ਅਗਰ ਤੁਹਾਡੀ ਐਬਿਲਿਟੀ ਹੈ ਤੇ ਬੇਸ਼ੱਕ 4 ਦੀ ਜਗ੍ਹਾ ਤੁਸੀਂ 8 ਪਾਓ ਜਾਂ 7 ਪਾਓ, ਇਕੱਠਾ 70 ਨਾ ਲਾਓ, ਕਮ ਅਜ਼ ਕਮ ਤੁਸੀਂ ਅੱਧੇ ਪੈਸੇ ਫਸਟ ਟਾਈਮ ਤੇ ਲਾਓ, ਠੀਕ ਹੈ। 70 ਦਾ 35 ਲਾ ਲਓ, 20 ਲਾ ਲਓ, 30 ਲਾ ਲਓ, ਬਾਅਦ ਚ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਇਹੀ ਲਾਟ ਦੁਬਾਰਾ ਚੁੱਕ ਲਈਏ ਜਿਹੜੀ ਚਾਲ ਦੀ ਹੁੰਦੀ ਹੈ, ਬਿਲਕੁਲ, ਜਾਂ ਇਸ ਤੋਂ ਹਾਈ ਜਾਣਾ, ਇਸ ਤੋਂ ਹਾਈ ਤੇ ਚਲੇ ਕਿੱਧਰ ਅਸੀਂ ਜਾਣਾ, ਸਾਨੂੰ ਇਹਨਾਂ ਨੇ ਤੰਗ ਤੇ ਨਹੀਂ ਕੀਤਾ, ਆਪਸ਼ਨ ਦਾ ਵਕਤ ਰਵੇ, ਸਤਾਇਆ ਤੇ ਨਹੀਂ ਕਿਸੇ ਤਰ੍ਹਾਂ ਦਾ। ਜਦੋਂ ਤੁਸੀਂ 3 ਮਹੀਨੇ ਬਾਅਦ ਫਲਾਕ ਪਾਉਂਦੇ ਹੋ ਨਵਾਂ, ਪਿਛਲਾ ਜਿਹੜਾ ਫਲਾਕ ਹੈ ਤੁਹਾਡਾ 3 ਮਹੀਨੇ ਦੁੱਧ ਦੇ ਰਿਹਾ, ਅਗਲੇ 3 ਮਹੀਨੇ ਵੀ ਉਹਨੇ ਦੇਣਾ, ਅੱਗੋਂ ਜਿਹੜਾ ਦੂਸਰੇ ਨੰਬਰ ਤੇ ਤੁਸੀਂ ਫਲਾਕ ਪਾਇਆ 3 ਜਾਂ 4 ਗਾਵਾਂ, ਉਹ 3 ਮਹੀਨਿਆਂ ਬਾਅਦ ਫਿਰ ਇਨਸੈਮੀਨੇਟ ਹੋਣ ਡਈਆਂ, ਗੱਭਣ ਹੋਣ ਡਈਆਂ, ਦੁੱਧ ਤੇ ਤੁਹਾਡੇ 8 ਹੀ ਜਾਨਵਰ ਨੇ,
ਪੈਸਾ ਤੁਹਾਨੂੰ ਕਮਾਈ ਆਉਣ ਡਈ ਹੈ, ਖਰਚੇ ਨਿਕਲਣ ਦੇ ਨੇ, ਬਚਤ ਨਿਕਲਣ ਦੀ ਹੈ, ਤੁਹਾਡੇ ਘਰ ਦੇ ਬੱਚੀਆਂ ਬੱਚੇ ਪਲਦੇ ਨੇ। ਠੀਕ ਹੋ ਗਿਆ। ਫਿਰ ਤੁਸੀਂ 3-4 ਮਹੀਨੇ ਬਾਅਦ ਜਾ ਕੇ ਇੱਕ ਫਲਾਕ ਪਾਣਾ। ਜਦੋਂ ਉਦੋਂ ਤੁਸੀਂ ਇੱਕ ਫਲਾਕ ਪਾਣਾ ਨਾ 3-4 ਮਹੀਨੇ ਬਾਅਦ, ਉਹਦੇ ਮਹੀਨੇ ਤੋਂ ਬਾਅਦ ਜਿਹੜੀਆਂ ਤੁਸੀਂ ਪਹਿਲਾਂ ਲਈਆਂ ਹੋਣੀਆਂ ਉਹਨਾਂ ਦੁੱਧੋਂ ਸੁੱਕ ਜਾਣਾ। ਠੀਕ ਹੈ। ਉਹਨਾਂ ਨੇ ਦੁੱਧੋਂ 1-2 ਮਹੀਨਾ ਉਹਨਾਂ ਨੂੰ ਤੁਸੀਂ ਟਰਾਈ ਕਰਨਾ, ਉਹਨਾਂ ਦੁੱਧੋਂ ਸੁੱਕ ਜਾਣਾ। 8 ਮਹੀਨੇ 9 ਮਹੀਨੇ 10 ਮਹੀਨੇ ਤੁਸੀਂ ਦੁੱਧ ਲਿਆ, ਅੱਗੋਂ ਫਿਰ ਤੁਸੀਂ ਉਹਨਾਂ ਨੂੰ ਸਵਾਣਾ। ਠੀਕ ਹੈ। ਤੁਹਾਡੇ ਘਰ ਦੀਆਂ ਵੱਛੀਆਂ ਅੱਗੋਂ ਆਉਣ ਵਾਲੀਆਂ ਨੇ ਨਵੇਂ ਪਰੋਣੇ। ਯਾਨੀ ਕਿ 1 ਸਾਲ ਦੇ ਵਿੱਚ ਤੁਸੀਂ 3 ਤੋਂ 4 ਫਲਾਕ ਪਾਣੇ ਨੇ 3-4 ਮਹੀਨੇ ਦੇ ਵਕਫੇ ਨਾਲ। ਇਹ 70 ਲੱਖ ਰੁਪਏ ਨੂੰ ਤੁਸੀਂ ਸਾਲ 'ਚ ਡਿਵਾਈਡ ਕਰਨਾ। ਸਮਝਦੇ ਹੋ? ਬਿਹਤਰ ਹੈ ਤੁਸੀਂ ਹੁਣ ਪਹਿਲਾ ਫਲਾਕ ਅੱਧੀ ਪੇਮੈਂਟ ਪਾਉਂਦੇ ਹੋ, ਅਗਲਾ 35 ਲੱਖ ਨੂੰ ਤੁਸੀਂ 2 ਹਿੱਸਿਆਂ 'ਚ ਡਿਵਾਈਡ ਕਰੋ, ਇੱਕ 4 ਮਹੀਨੇ ਬਾਅਦ, ਇੱਕ ਫਿਰ 4 ਮਹੀਨੇ ਬਾਅਦ। ਤੁਹਾਡਾ ਸਾਰਾ ਸਾਲ ਦੁੱਧ ਦਾ ਸਰਕਲ ਨਹੀਂ ਟੁੱਟੇਗਾ, ਨਵੇਂ ਜਾਨਵਰ ਐਡ ਹੁੰਦੇ ਰਹਿਣਗੇ, ਘਰ ਦੇ ਗੱਭਣ ਹੁੰਦੇ ਰਹਿਣਗੇ। 1 ਸਾਲ 'ਚ ਜਦੋਂ ਤੁਸੀਂ ਪੈਸਾ ਇਨਵੈਸਟ ਕਰੋਗੇ, ਸਾਲ ਬਾਅਦ 1 ਸਾਲ ਤੇ 3 ਮਹੀਨਿਆਂ ਬਾਅਦ ਫਿਰ ਜਦੋਂ ਤੁਹਾਡੇ ਘਰ ਦੀਆਂ ਗਾਵਾਂ ਸੂਣ ਲੱਗ ਪੈਣਗੀਆਂ, ਕੰਮ ਸਾਰਾ ਸਰਕਲ 'ਚ ਆਈਏਗਾ। ਉਦੋਂ ਨੂੰ ਤੁਸੀਂ ਸਾਰਾ ਸਰਕਲ ਸਿੱਖ ਜਾਓਗੇ ਕਿ ਮੈਂ ਬਰ ਵਕਤ ਜਦੋਂ ਗਾਂ ਮੇਰੀ 2-3-4 ਮਹੀਨੇ ਦੀ ਸੂਈ ਹੈ, ਮੈਂ ਗੱਭਣ ਕਰਵਾਉਣੀ ਹੈ, ਅੱਛੇ ਟੀਕੇ ਨਾਲ ਕਰਵਾਉਣੀ ਹੈ, ਅੱਛੀ ਬਛੜੀ ਲੈਣੀ ਹੈ, ਬਛੜੀ ਨੂੰ ਦੁੱਧ ਪਿਆਣਾ ਹੈ, ਵੰਡਾ ਖਵਾਉਣਾ, ਉਹਦਾ ਪ੍ਰੋਪਰ ਦੇਖਭਾਲ ਕਰਨੀ ਹੈ, ਉਹਨੂੰ ਅੱਗੇ ਲੈ ਕੇ ਜਾਣਾ। ਇਹ ਬੱਚੀ ਸਾਹਮਣੇ ਖਲੋਤੀ ਹੈ, ਉਧਰ ਕੈਮਰਾ ਮਾਰ। ਇਹ ਬੱਚੀ 15 ਮਹੀਨਿਆਂ ਦੀ ਹੈ, ਸਾਡੀ ਘਰ ਦੀ ਗਾਂ ਦੀ ਇਹ ਗਾਂ ਵੇਚ ਛੜੀ ਹੈ। ਇਹ ਬੱਚੀ 15 ਮਹੀਨਿਆਂ ਦੀ, ਅੱਗੋਂ 1-1.5 ਮਹੀਨੇ ਦੀ ਅਸੀਂ ਗੱਭਣ ਕਰਵਾ ਲਈ। ਸੈਕਸੀਮਨ ਦੀ ਡੋਜ਼ ਨਾਲ ਅਸੀਂ ਗਾਂ ਆਪਣੀ ਘਰ ਦੀ ਕੋਲ ਲਈ। ਇਹ ਬੱਚੀ ਅੱਜ ਵੀ ਪਰਾਂ ਨੂੰ ਕੈਮਰਾ ਮਾਰੀ, ਮਾਰਕੀਟ 'ਚ ਅਗਰ ਜਾਓ ਤਾਂ 4-5 ਲੱਖ ਦੀ ਇੰਨੀ ਬੱਚੀ ਨਹੀਂ ਮਿਲਦੀ ਸੈਕਸੀਮਨ ਦੀ ਪਿਓਰ। ਠੀਕ ਹੈ, ਕਰਾਸ ਇਹਦੇ 'ਚ ਹੈ ਹਲਕਾ, ਲੇਕਿਨ ਮਾਰਕੀਟ 'ਚ 4-5 ਲੱਖ ਦੀ ਹੈ। ਦੁੱਧ ਨਾਲ ਤੁਸੀਂ ਚਲਾਣਾ ਆਪਣਾ ਨਿਜ਼ਾਮ, ਆਪਣਾ ਕਿਚਨ ਚਲਾਣਾ, ਆਪਣੇ ਪੱਠੇ ਵੰਡਾ ਖਰਚਾ, ਬਿਜਲੀ ਬੰਦਾ, ਸਾਰਾ ਕੁਝ। ਜਿੱਦੋਂ ਤੁਹਾਡੇ 2 ਸਾਲ ਬਾਅਦ ਅਸੀਂ ਇਹਨੂੰ ਨਾ ਮਹੀਨੇ 2 ਦਾ ਨਫਾ ਸਮਝਦੇ, ਮਹੀਨੇ 2 ਦਾ ਨਫਾ, ਤੁਸੀਂ 5 ਸਾਲਾਂ ਨੂੰ ਜ਼ੇਨ 'ਚ ਲੈ ਕੇ ਚੱਲਣਾ ਬਈ 5 ਸਾਲ ਮੈਂ ਕੰਮ ਕਰਨਾ। 5 ਸਾਲ ਬਾਅਦ ਤੁਸੀਂ 70 ਲੱਖ ਦੇ ਆਪਣੇ 10 ਜਾਨਵਰ ਲਾ ਲਓ ਅੱਛੇ ਪਾਉਂਦੇ, 8-5 ਉਹ 5 ਸਾਲਾਂ 'ਚ ਉਹਨਾਂ ਕਿੰਨੀਆਂ ਸਰਕਲ 'ਚ ਤੁਹਾਨੂੰ ਘਰ ਦੀਆਂ ਬੱਚੀਆਂ ਸੈਕਸੀ ਮੰਦੀਆਂ ਦੇਣੀਆਂ। 5 ਸਾਲ ਬਾਅਦ ਤੁਹਾਡੇ ਜਿਹੜੇ ਤੁਸੀਂ ਅੱਜ 70 ਲੱਖ ਦੇ ਜਾਨਵਰ ਲੈਂਦੇ ਹੋ, ਭਾਵੇਂ ਉਹ 5ਵੇਂ ਸੂਏ ਨੂੰ ਹੋਣ, ਫਿਰ ਵੀ ਉਹ 70 ਵਾਲੇ ਜਾਨਵਰ ਕਰੋੜ ਤੋਂ ਉੱਤੇ ਹੋਣੇ ਨੇ। ਮਾਸਵਾਏ ਉਹਨਾਂ ਦੇ ਥੰਨ ਲੱਭ ਚਾਹੇ, ਉਹਨਾਂ ਨੂੰ ਸਿਹਤ ਦੇਵੇ, ਡੈਥ ਰੇਸ਼ੋ ਨਾ ਆਏ। ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਘਰ ਦੀਆਂ ਬੱਚੀਆਂ ਹੋਣੀਆਂ, ਘਰ ਦੇ ਬੱਚੇ ਹੋਣੇ, 5 ਸਾਲ ਬਾਅਦ ਤੁਹਾਡਾ ਟੋਟਲ ਨਫਾ। ਫਿਰ ਸਾਲ ਬਾਅਦ ਤੁਸੀਂ ਹਰ ਮਹੀਨੇ 1-2 ਜਾਨਵਰ ਵੇਚੋ, ਆਪਣਾ ਨਫਾ ਕੱਢੋ, 1-2 ਜਾਨਵਰ ਵੇਚੋ, ਆਪਣਾ ਨਫਾ ਕੱਢੋ। ਦੁੱਧ ਦੇ ਨਿਜ਼ਾਮ ਤੋਂ ਆਪਣੇ ਸਾਰੇ ਖਰਚੇ ਪੂਰੇ ਕਰੋ। ਮਾਸ ਵਾਏ ਕਿ ਤੁਸੀਂ 70 ਲੱਖ ਜੇਬ 'ਚ ਪਾ ਕੇ ਆ ਗਏ ਹੋ, ਮੈਂ ਆਖਾਂ ਵੀ ਚੌਥਾ ਸਾਹਿਬ ਆਏ ਨੇ, ਇਹਨਾਂ ਨੂੰ ਜਰਾ ਮੁਨੀਏ, ਇਹਨਾਂ ਦਾ ਇਲਾਜ ਠੀਕ ਤਰੀਕੇ ਕਾਰ ਨਾ ਕਰੀਏ, ਕਿਉਂ ਸਦਰ ਸਾਹਿਬ? ਤੇ ਆ ਕੇ ਦਿਓ ਜੀ 70 ਲੱਖ ਤੁਹਾਨੂੰ ਹੈ, 20-20, 30-30, 40-40 ਲੀਟਰ ਵਾਲੀਆਂ ਲਦਾਈਏ ਤੇ ਲੈ ਕੇ ਜਾ ਕੇ ਪਾਓ ਜਿਹਨਾਂ ਨੂੰ ਕਿੱਥੇ। ਤੁਹਾਨੂੰ ਪਤਾ ਕੋਈ ਨਹੀਂ ਕਿਸਾ ਮਾਰ ਲੈਣੀਆਂ ਜਾ ਕੇ, ਕੱਢਣੀਆਂ ਸਾਨੂੰ ਸਾਰੀ ਉਮਰ ਗਾਲਾਂ ਵੀ ਲੁੱਟ ਲਿਆ ਵੀ ਨਾ ਤਾਂ ਭਾਈ ਉਹਨੂੰ, ਸਾਡੇ ਤੇ ਤੂੰ ਬੈਠਾ ਹੱਥੇ ਨੇ। ਮਸ਼ਵਰਾ ਅਮਾਨਤ, ਅਗਲਾ ਅਮਲ ਕਰੇ ਜਾਨਾ। ਆਹਿਸਤਾ ਆਹਿਸਤਾ, ਧੀਮੇ ਧੀਮੇ, ਉਹਦੇ ਵਿੱਚ ਹੀ ਮਜ਼ਾ ਹੈ, ਉਹਦੇ ਵਿੱਚ ਹੀ ਸਕੂਨ ਹੈ। ਕਾਹਲੀ ਦਾ ਕੋਈ ਵੀ ਕੰਮ ਹੈ ਉਹਦੇ ਅੱਗੇ ਇਕੱਠੇ ਨਹੀਂ, 70 ਨੂੰ 10 ਮਹੀਨਿਆਂ ਸਾਲ ਦੇ ਸਰਕਲ 'ਚ ਲਿਆਉਣਾ। ਆਹਿਸਤਾ ਆਹਿਸਤਾ ਜਾਂ ਵਧਾਉਣਾ ਹੈ 70 ਤੋਂ ਜ਼ਿਆਦਾ ਪੈਸੇ ਨੂੰ ਆਹਿਸਤਾ ਆਹਿਸਤਾ ਸ਼ੁਰੂ ਕਰੋ, ਮਜ਼ੀਦ ਨਾਲ ਐਡ ਹੁੰਦੇ ਜਾਣ, ਉਹਨੇ ਜਾਨਵਰ ਵਧਾਉਂਦੇ ਜਾਓ, ਦੇਖਭਾਲ ਕਰੋ। ਤੇ ਕਦੇ ਵੀ ਆਪਣੇ ਕੰਮ ਨੂੰ, ਕਰਾਸ ਦੇ ਜਾਨਵਰ ਨੂੰ ਆਪਣੇ ਬੰਦਿਆਂ ਤੇ ਨਹੀਂ ਛੱਡਣਾ। ਚੁਆਈ 2 ਟਾਈਮ ਚੁਆਈ ਤੇ ਤੁਸੀਂ ਆਪਣੇ ਸਿਰ ਤੇ ਹੋਵੋ। ਹਰ ਥਣ, ਹਰ ਗਾਏ ਦਾ ਤੁਹਾਡੇ ਹੱਥ 'ਚ ਪਾਸ ਹੋਏ, ਧਾਰਾਂ ਚੈੱਕ ਕਰੋ, ਕੋਈ ਛੱਟਾ, ਫੁਹਾਰ, ਗਿਲਟੀ, ਮਰੋੜੀ, ਸਾੜੂ, ਖੂਨ। ਤੇ ਮਸ਼ੀਨ ਤੋਂ ਜਿਹੜਾ ਕਰਦੇ ਨੇ ਦੁੱਧ, ਉਹ ਨਹੀਂ ਠੀਕ? ਮਸ਼ੀਨ ਜਦੋਂ ਲਾਉਂਦੇ ਨੇ ਨਾ ਫਾਰਮਾਂ ਦੇ ਵਿੱਚ ਵੀ, ਮਸ਼ੀਨ ਲਾਉਣ ਤੋਂ ਪਹਿਲਾਂ ਥਣ ਧੁੱਪਦੇ ਨੇ। ਉਹਨਾਂ ਨੇ ਪ੍ਰੋਪਰ ਟਿਊਬਸ ਰੱਖੀਆਂ ਨੇ, ਕੱਪ, ਹਰ ਥਣ 'ਚੋਂ ਧਾਰ ਉਹਦੇ 'ਚ ਪੈਣੀ, ਉਹਦਾ ਟੈਸਟ ਹੋਣਾ। ਇਹਨੂੰ ਸਾੜੂ ਤੇ ਨਹੀਂ ਪਿਆ, ਇਹਦਾ ਕੋਈ ਖੂਨ, ਕੋਈ ਛਿਛੜਾ, ਕੋਈ ਗਿਲਟੀ ਮਰੋੜੀ ਤੇ ਨਹੀਂ, ਉਹੀ ਨਾ ਇਹ ਮਸ਼ੀਨ ਲਾਉਂਦੇ ਰਹੀਏ ਤੇ ਥਣ ਜਾਂਦਾ ਰਵੇ। 3 ਟਾਈਮ ਚੁਆਈ ਹੋਣੀ ਹੈ, 3 ਟਾਈਮ ਥਣ ਚੈੱਕ ਹੋਣਾ। ਮਸ਼ੀਨ ਲਾਉਣ ਤੋਂ ਪਹਿਲੇ ਬੰਦਾ ਹੀ ਮਸ਼ੀਨ ਲਾਏ, ਥਣ ਧੋ ਕੇ ਟੈਸਟ ਕਰੋ ਆਪੀ ਆਪਣੇ ਆਪ। ਇਹ ਦੋਗਲੀਆਂ ਨੇ, ਇਹ ਵੀ 2 ਟਾਈਮ ਨੇ ਕਿ ਇਹਦੇ 2 ਟਾਈਮ ਹੀ ਨੇ? ਕੋਈ ਵੀ ਜਾਨਵਰ ਹੈ ਨਾ, ਦੋਗਲੀਆਂ ਨੂੰ 2 ਟਾਈਮ ਹੀ ਰੱਖੋ, ਲੇਕਿਨ ਜਦੋਂ 20+ ਜਾਣਾ ਫਿਰ ਤੁਹਾਨੂੰ 3 ਟਾਈਮ ਕਰਨਾ ਪੈਂਦਾ। ਬੇਸ਼ੱਕ ਤੁਸੀਂ 3 ਗਾਵਾਂ ਦੋਗਲੀਆਂ ਕਰੋ, 1 ਗਾਂ 20+ ਵਾਲੀ ਕਰੋ, ਨਾਲ ਨਾਲ ਉਹਦੀ ਦੇਖਭਾਲ ਕਰੋ। ਤੁਹਾਨੂੰ 2-3 ਮਹੀਨਿਆਂ 'ਚ ਪਤਾ ਲੱਗ ਜਾਏ ਤੁਸੀਂ ਇਹਦੇ ਜੋਗੇ ਹੈ ਹੋ ਕਿ ਨਹੀਂ ਹੈ। ਤੁਸੀਂ ਦੇਖ ਸਕਦੇ ਹੋ, ਇਹਨੂੰ ਨਹੀਂ ਦੇਖ ਸਕਦੇ। ਪੱਠੇ ਆਪਣੀ ਅੱਖੀ ਪਵਾਓ, ਪਰ ਵਕਤ ਜ਼ਿਆਦਾ ਨਾ ਪਾਓ, ਜਿੰਨੀ ਜ਼ਰੂਰਤ ਹੈ ਉਹਨੇ ਪਾਓ।
50 ਗ੍ਰਾਮ ਮਿੱਠਾ ਸੋਡਾ, 50 ਗ੍ਰਾਮ ਨਮਕ, 50 ਗ੍ਰਾਮ ਬਾਈਪਾਸ ਫੈਟ 89 ਹੋਈ ਹੈ, 20 ਗ੍ਰਾਮ ਟਾਕਸਨ ਬਾਈਂਡਰ, 20 ਗ੍ਰਾਮ ਯੀਸਟ। ਇਹ 5 ਚੀਜ਼ਾਂ ਵੀਡੀਓ ਚੜ੍ਹਨੀ ਹੈ, ਤੁਸੀਂ ਸੁਣ ਲਿਓ, ਤੁਹਾਨੂੰ ਯਾਦ ਨਾ ਭੁੱਲੇ। ਹਰ ਗਾਂ ਨੂੰ ਕਰਾਸ ਪਿਓਰ ਲਾਜ਼ਮੀ ਪਾਓ, ਠੀਕ ਹੈ। ਜ਼ਿਆਦਾ ਸਾਫ ਸੁਥਰਾ ਹੋਏ, ਪਾਣੀ ਖੁੱਲਾ ਹੋਏ ਤੇ ਬੜੀ ਅੱਛੀ ਚੀਜ਼ ਹੈ, ਜਾਨਵਰ ਮਰਜ਼ੀ ਨਾ ਪੀਏ। ਜੇ ਵੱਧਾ ਹੋਏ ਤੇ 3-4 ਘੰਟੇ ਬਾਅਦ ਜਾਨਵਰ ਨੂੰ ਪਾਣੀ ਪਾਓ। ਸਾਡਾ ਖੁੱਲਾ ਛੱਡਣ ਲਈ ਖੁੱਲਾ ਛੱਡੋਗੇ ਦੁੱਧ ਦੀ ਵੀ ਐਵਰੇਜ ਅੱਛੀ ਰਹੇਗੀ, ਜਾਨਵਰ ਵੀ ਤੰਦਰੁਸਤ ਰਹਿਣਗੇ। ਤਿਲਕਣ ਵਾਲੀ ਜਗ੍ਹਾ ਨਾ ਹੋਏ, ਜਗ੍ਹਾ ਖੁਰਦਰੀ ਹੋਏ, ਸੋਲ ਲੱਗਾ ਹੋਏ ਜਾਂ ਸ਼ੇਡ ਥੱਲੇ ਸੋਲੇਗੀ ਤੇ ਬਾਹਰ ਕੱਟੀ। ਬੜਾ ਅੱਛੀ ਚੀਜ਼ ਹੈ, ਬਹੁਤ ਅੱਛੀ ਚੀਜ਼ ਹੈ। ਪ੍ਰੋਪਰ ਕਰਾਸ ਹੈ, ਪਿਓਰ ਹੈ, ਉਹਨੂੰ ਪੰਖਾ ਦਿਓ। ਉਹ ਜਿਹੜੇ ਦਿਨ ਨੇ 1-2 ਦਫਾ ਦਿਨ ਦੇ ਵਿੱਚ ਨਹਾਓ ਜਾਨਵਰ ਨੂੰ, ਜਾਨਵਰ ਤੰਦਰੁਸਤ ਰਹਿੰਦਾ, ਫਿੱਟ ਰਹਿੰਦਾ। FMD ਦੀ ਵੈਕਸੀਨ ਹਰ 4 ਮਾਹ ਬਾਅਦ ਆਪਣੇ ਜਾਨਵਰ ਨੂੰ ਕਰੋ। ਲੰਪੀ ਦੀ ਵੈਕਸੀਨ 6 ਮਹੀਨੇ ਬਾਅਦ ਜਿਹੜੀ ਹੈ ਜਾਨਵਰ ਨੂੰ ਕਰੋ। ਮੂੰਹ ਖੁਰ ਦੀ ਜਿਹੜੀ ਉਹ ਤੁਹਾਨੂੰ ਦੱਸੀਏ, ਨਾਲ ਗਲਗੋਟੂ ਦੀ ਵੈਕਸੀਨ ਜਾਨਵਰ ਨੂੰ ਕਰਾਓ। ਮੱਛੀਆਂ ਨੂੰ ਮਹੀਨੇ 2 ਦੀਆਂ ਹੁੰਦੀਆਂ ਨੇ, ਨਾਲ ਕਾਫ ਸਟਾਰਟਰ ਸ਼ੁਰੂ ਕਰੋ, ਖੁਸ਼ਕ ਵੰਡਾ 6 ਮਹੀਨੇ ਪਾਓ। ਮੇਰੇ ਨਾਲ ਮਕਸਦ ਇਹ ਵੀ ਕਿਤੋਂ ਵੀ ਜਾਨਵਰ ਲਵੋ, ਤੁਸੀਂ ਆਏ ਹੋ ਚਾਹਤ ਦੇ ਨਾਲ, ਜੀ ਜੀ ਨੰਬਰ 4 ਰੱਖੋ, ਗਾਈਡੈਂਸ ਲੈਂਦੇ ਰਹੋ। ਜਿਹੜਾ ਬੰਦਾ ਫੀਲਡ ਦਾ ਨਾ, ਫੀਲਡ 'ਚ ਕੰਮ ਕਰਨ ਵਾਲਾ, ਡੇਅਰੀ ਫਾਰਮਰ ਹੈ ਸਮਝਦਾਰ, ਉਹਦੇ ਕੋਲੋਂ ਮਸ਼ਵਰਾ ਲਵੋ। ਜਿਹੜਾ ਪੈਦਲ ਕਿਤਾਬੀ ਪੜ੍ਹਿਆ ਲਿਖਿਆ ਕੀੜਾ ਡਾਕਟਰ, ਉਹਨੂੰ ਕਿਤਾਬੀ ਸਮਝ, ਉਹ ਪ੍ਰੋਫੈਸ਼ਨਲ ਨਹੀਂ, ਉਹਦੇ ਅਕਲ 'ਚ ਹੀ ਨਹੀਂ ਕਿ ਬਿਮਾਰੀ ਨੂੰ ਤਸ਼ਖੀਸ ਕਿਸ ਤਰ੍ਹਾਂ ਕਰਨਾ, ਉਹਨੇ ਕਿਤਾਬੀ ਚੀਜ਼ਾਂ ਪੜ੍ਹੀਆਂ ਹੁੰਦੀਆਂ, ਉਹ ਫੇਲ ਹੈ। ਪ੍ਰੈਕਟੀਕਲ ਬੰਦਾ ਹਮੇਸ਼ਾ ਕਾਮਯਾਬ ਹੈ। ਪ੍ਰੈਕਟੀਕਲ ਬੰਦੇ ਕੋ ਮਸ਼ਵਰਾ ਲੈਣ ਵਾਲਾ ਬੰਦਾ ਕਾਮਯਾਬ ਹੈ। ਪ੍ਰੈਕਟੀਕਲ ਆਪ ਕਰਨ ਵਾਲਾ ਬੰਦਾ ਕਾਮਯਾਬ ਹੈ। ਕਿਤਾਬਾਂ 'ਚ ਹਮੇਸ਼ਾ ਤਾਲੀਮ ਹੀ ਹਾਸਲ ਹੁੰਦੀ ਹੈ, ਤੇ ਜਦੋਂ ਤੱਕ ਪ੍ਰੈਕਟਿਸ ਨਾ ਕਰੋ, ਚਾਹੇ ਦੁਨੀਆ ਦਾ ਜੋ ਵੀ ਕੰਮ ਤਜਰਬਾ ਹੈ। ਹੋਰ ਚੀਜ਼ ਹੁੰਦੀ ਹੈ, ਪੜ੍ਹਾਈ ਹੋਰ ਚੀਜ਼ ਹੁੰਦੀ ਹੈ। ਪੜ੍ਹਾਈ ਹੋਰ ਉਸ ਦਿਨ ਮੇਰੇ ਨਾਲ ਜਿਹੜਾ ਫਾਰਮ ਹੈ ਸੀ, ਉੱਥੇ ਇਹੀ ਹੋਇਆ ਨਾ, ਉਹਨੇ ਲਿਆ ਕੇ ਪਈਆਂ ਨੇ ਆਪਣਾ, ਉਹਨੇ ਬਲੈਤਨ ਵੀ ਪਾਈਆਂ ਤੇ ਦੂਸਰੀ ਹੋਈਆਂ ਅੱਛਾ ਕਿ ਤੇ ਉਹਨੇ ਕੋਈ ਅੱਛਾ ਖਾਸਾ ਕੋਈ ਕਰੋੜ ਦਾ ਇਨਵੈਸਟਮੈਂਟ ਜਾਨਵਰ। ਉਹ ਫਿਰ ਜਿਹੜਾ ਉਹਦੇ ਕੋਲ ਬੰਦਾ ਵੇਖਣ ਵਾਸਤੇ, ਉਹ ਕੋਈ ਕਵੀ ਜੀ ਨੂੰ ਮਸਾਲਾ ਦੇ ਦਿਓ, ਅੱਛਾ ਮਸਾਲਾ 2 ਦਿਨ ਬਾਅਦ ਫਿਰ ਉਸ ਤੋਂ ਬਾਅਦ ਕੋਈ ਮਸਲਾ ਹੋਵੇ, ਉਹ ਫਿਰ ਡਾਕਟਰ ਨੂੰ ਬੁਲਾ ਲੈ, ਡਾਕਟਰ ਨੂੰ ਉਹਨਾਂ ਦੀ ਰਹਿ ਦਿਓ। ਮੈਂ ਯਾਰ ਜਿਹੜਾ ਹੁੰਦਾ ਉਹਦੀ ਮੈਂ ਸੋਚ ਲੈਂਦਾ ਇਹ ਚੀਜ਼ ਰੱਖੀਆਂ, ਡਾਕਟਰਾਂ ਦੀ ਰੱਖੀਆਂ, ਜਿਹੜੇ ਦੂਸਰੇ ਜਿਹੜੇ ਦਾ ਦੇਸੀ ਨੁਸਖੇ ਨੇ ਇਹ ਰੱਖ। ਤੇ ਇਸ ਕਰਕੇ ਫੈਸਲਾ ਇਹੀ ਕੀਤਾ ਸੀ ਕਿ ਹੁਣ ਸਾਡੀ ਜਨਾਬ ਮਸ਼ਵਰੇ ਤੋਂ ਬਾਅਦ ਅਸੀਂ ਜਿਹੜਾ ਸੋਚ ਰਹੇ ਹਾਂ ਇੱਥੇ, ਸਾਡਾ ਤਾਂ ਇਹ ਨਹੀਂ ਸੀ ਕਿ ਅਸੀਂ ਪਿਓਰਲੀ ਡਾਕਟਰ ਤੇ ਡਿਪੈਂਡ ਕਰਾਂਗੇ, ਕਿਉਂਕਿ ਸਾਡਾ ਡਾਕਟਰ ਦਾ ਤਜਰਬਾ ਹੈ ਕੋਈ ਨਹੀਂ ਸੀ ਇਹਦੇ ਪਿੱਛੇ। ਨਹੀਂ ਸਰ, ਠੀਕ ਹੈ, ਅਸੀਂ ਮੈਂ ਤੁਹਾਨੂੰ ਗੱਲ ਕਰ ਰਿਹਾ ਨਾ ਕਿ ਮੈਂ ਤਾਂ ਹੀ ਸੋਚ ਕੇ ਸਾਡਾ ਸੋਚ ਸੀ ਕਿ ਪਿਓਰਲੀ ਡਾਕਟਰ ਤੇ ਕਰਾਂਗੇ। ਉਹਨੇ ਮੈਂ ਵੈਕਸੀਨ ਦੀ ਕਿ ਸਾਲ 'ਚ 13 ਕਹਿੰਦੇ ਵੈਕਸੀਨ ਹੁੰਦੀਆਂ ਨੇ, 13 ਵੈਕਸੀਨ ਕਹਿੰਦਾ ਇਹ ਸਾਲ। ਕਿਤਾਬੀ ਗੱਲਾਂ ਨੇ। 13 ਵੈਕਸੀਨ ਨਾਲ ਬਿਮਾਰੀ ਤੇ ਇਹੀ ਹੈ ਵੀ ਇੱਟ ਪੁੱਟੋ ਤੇ ਬਿਮਾਰੀ ਥੱਲੋਂ ਨਿਕਲਦੀ ਹੈ। ਮੂੰਹ ਖੁਰ ਗਲਗੋਟੂ ਦੇ ਅੱਲਾ ਦੇ ਫਜ਼ਲ ਨਾਲ ਸਾਰਾ ਦਿਨ ਗਾਈਆਂ ਚ ਰਹੀਦਾ, ਕੋਈ ਐਸੀ ਬਿਮਾਰੀ ਨਹੀਂ। ਇਮੀਜ਼ੋਲ ਦਾ ਟੀਕਾ ਹਰ ਮਹੀਨੇ ਬਾਅਦ 5 cc ਲੱਗਦਾ ਰਹੇ, ਡਿਵਰਮਿੰਗ ਹੁੰਦੀ ਰਹੇ, ਚਿੱਚੜ ਬੰਦਾ ਮਾਰਦਾ ਰਵੇ, ਆਈਵਰਮੈਕਟਨ ਲੱਗਦਾ ਰਵੇ, ਖੁਰਾਕ ਦੀ ਕਮੀ ਨਾ ਹੋਏ, ਤਾਕਤ ਜਾਨਵਰ ਨੂੰ ਮਿਲਦੀ ਰਹੇ। ਜਿਵੇਂ ਹੀ ਆਂਦੇ ਨੇ ਵੀ ਪੁਲਿਸ ਨੂੰ ਪੁਲਿਸ ਦੇ ਥਾਂ ਰੱਖੋ ਤੇ ਵਕੀਲ ਨੂੰ ਵਕੀਲ ਦੇ ਥਾਂ ਰੱਖੋ, ਡਾਕਟਰ ਨੂੰ ਡਾਕਟਰ ਦੇ ਥਾਂ ਰੱਖੋ। ਜਾਨਵਰ ਬਿਮਾਰ ਹੋਇਆ ਤੈਨੂੰ ਕੋਈ ਇਹਦਾ ਇਲਾਜ ਕਰ, ਤੇਰਾ ਇਹ ਕੰਮ ਹੈ। ਡਾਕਟਰ ਨੂੰ ਨਿਊਟ੍ਰੀਸ਼ਨ ਨਾ ਬਣਾ ਦੋ ਵੀ ਤੂੰ ਨਿਊਟ੍ਰੀਸ਼ਨ ਵੀ 10 ਪੱਟੇ ਕਿਲੋ ਪਾਈਏ, ਕਿੰਨੇ ਪਾਈਏ, ਵੰਡਾ ਕਿੰਨਾ ਪਾਈਏ। ਕਿਸੇ ਡਾਕਟਰ ਤੁਹਾਡੀ ਕਾਰ ਨਹੀਂ ਕੱਢਣੀ। ਮਹੀਨਾ ਖਲੋਏਗਾ, 2 ਖਲੋਏਗਾ, 3 ਖਲੋਏਗਾ, ਨਵਾਂ ਆਈਏਗਾ, ਉਹ ਹੁਣ ਪਤਾ ਨਹੀਂ ਕੀ ਹੈ। ਆਪ ਹੀ ਡਾਕਟਰ ਬਣਨਾ ਜੇ, ਖੁਦ ਸਿੱਖਣਾ ਜੇ ਤੇ ਕੰਮ ਕਾਮਯਾਬ ਹੈ। ਕਿਸੇ ਤੇ ਰੱਖਣਾ ਜੇ ਤੁਸੀਂ ਫੇਲ ਹੋ, ਕਿਸੇ ਦੀ ਮੰਨੀ ਹੈ ਤੁਸੀਂ ਫੇਲ ਹੋ। ਤੇ ਸਾਇਲੇਜ ਦੀਆਂ ਵੀ ਸਾਨੂੰ ਦੱਸ ਦਿਓ ਕੋ ਥੋੜਾ ਜਿਹਾ ਕਿ ਇਹਦੀ ਪਛਾਣ ਕੀ ਹੈ। ਸਾਇਲੇਜ ਦੀ ਇੱਕ ਹੀ ਪਹਿਚਾਣ ਦੇ ਚ ਰੱਖਿਓ, ਸਾਇਲੇਜ ਫੜਨਾ ਇੰਜ ਮੁੱਠ ਕਿਤੇ ਵੀ ਪਿਆ, ਧੜ ਲੱਗੀ ਹੈ, ਕੋਈ ਦਾਣਾ ਅੱਜ ਜਿਵੇਂ ਪਿਆ, ਦਾਣਾ ਘਾਟੇ ਵੱਧ ਇਹਦੀ ਵੀ ਟੈਨਸ਼ਨ ਨਹੀਂ। ਦਾਣਾ ਥੋੜਾ ਹੋਏ ਜ਼ਿਆਦਾ ਹੋਏ, ਥੋੜਾ ਜ਼ਿਆਦਾ ਹੋਏ ਤੇ ਜ਼ਿਆਦਾ ਅੱਛਾ, ਥੋੜਾ ਘੱਟ ਹੋਏ ਤੇ ਕੋਈ ਏਡਾ ਇਸ਼ੂ ਨਹੀਂ। ਸਾਇਲੇਜ ਇੰਜ ਫੜਨਾ, ਇੰਜ ਮੁੱਠ ਭਰ ਲੈ, ਠੀਕ ਹੈ, ਉਹਨੂੰ ਇੰਜ ਪੂਰੇ ਜ਼ੋਰ ਨਾਲ ਘੁੱਟੋ। 1-2 ਕਤਰੇ ਦੀ ਟੈਨਸ਼ਨ ਨਹੀਂ, ਤੇ ਜੇ ਉਹਦੇ ਚੋਂ ਪਾਣੀ ਨੂੰ ਚਿੜਾ ਤੇ ਉਹ ਸੈਲੇਜ ਨਹੀਂ ਲੈਣਾ, ਉਹ ਫੇਰ ਸੈਲੇਜ ਫੜ ਕੇ ਪੂਰੇ ਜ਼ੋਰ ਨਾਲ ਘੁੱਟੋ, ਸੈਲੇਜ ਖੁਸ਼ਕ ਹੋਏ। ਸੈਲੇਜ ਦੇ ਵਿੱਚ ਫੰਗਸ ਨਾ ਲੱਗੀ ਹੋਏ, ਜਿਵੇਂ ਬ੍ਰੈਡ ਤੇ ਉੱਲੀ ਲੱਗੀ ਹੁੰਦੀ ਹੈ। ਸਾਇਲਨ ਜਦੋਂ ਘੁੱਟ ਗਿਆ ਸੁੱਟੋ ਤੇ ਤੁਹਾਡੇ ਹੱਥ ਤੇ ਜਿਵੇਂ ਆਟਾ ਨਹੀਂ ਲੱਗਾ ਹੁੰਦਾ, ਆਟੇ ਵਾਲੀ ਟਾਂਜੀ ਜਾਂਦੇ ਇਹਦਾ ਆਟਾ ਲੱਗਦਾ, ਮਕਈ ਦਾ ਆਟਾ ਲੱਗਾ ਹੋਏ, ਉਹਦੇ ਤੋਂ ਤੁਹਾਨੂੰ ਪਤਾ ਹੈਗਾ ਕਿ ਇਹਦਾ ਡਰਾਈ ਮੈਟਰ ਚੰਗਾ। 30 ਤੋਂ 32
ਜਿਹੜਾ ਨਾ 35 ਇਹਦਾ ਡਰਾਈ ਮੈਟਰ ਹੈ ਉਹ ਸਾਈਲੇਜ ਤੁਹਾਡਾ ਸਾਈਲੇਜ ਲਈ ਜਿੱਥੋਂ ਅਸੀਂ ਮੰਗਵਾਉਂਦੇ ਆ ਸਾਡੇ ਕੋਲ ਮਸ਼ਵਰਾ ਲਿਆ ਵੀ ਕਿੱਥੋਂ ਮੰਗਾਣਾ ਭਾ ਅਸੀਂ ਇੱਥੋਂ ਲੈਂਦੇ ਆ ਤੁਹਾਨੂੰ ਚੰਗਾ ਲੱਗਦਾ ਤੁਸੀਂ ਠੀਕ ਹੋ ਗਿਆ। ਠੀਕ ਹੋ ਗਿਆ। ਤੇ ਸਾਈਲੇਜ ਜਿਹੜਾ ਹੈਗਾ ਇਹ ਬਰਾਬਰ ਕਿੰਨਾ ਕੁ ਸਟੋਰ ਕਰ ਲੈਣਾ ਚਾਹੀਦਾ, ਮਤਲਬ ਮੌਸਮੀ ਹਾਲਾਤ ਦਾ? ਸਾਈਲੇਜ ਵੇਖੋ ਖਰਾਬ ਨਹੀਂ ਹੁੰਦਾ, ਹੂੰ ਕੁਛ 6 ਮਹੀਨੇ ਸਾਲ ਕੱਢ ਜਾਂਦਾ ਅਗਰ ਉਹਦੀ ਪੈਕੇਜਿੰਗ ਅੱਛੀ ਹੋਵੇ। ਠੀਕ ਹੈ। ਤੁਸੀਂ ਇੱਕ ਇੱਕ ਗੱਡੀ ਨਾਲ ਲਵਾਉਂਦੇ ਰਹੋ। ਇੱਕ ਗੱਡੀ ਆਮ ਮੇਰਾ ਖਿਆਲ ਹੈ 300 ਮਨ ਦੀ ਹੁੰਦੀ ਹੈ, 12 ਟਨ ਹੁੰਦਾ। ਹਾਂ ਤੇ ਇਹ ਗਾਂ ਜਿਹੜੀ ਇਹਦੀ ਐਵਰੇਜ ਕਿੰਨੀ ਹੈਗੀ ਸਾਈਲੇਜ ਦੀ, ਜੇ ਪਿਓਰ ਸਾਈਲੇਜ ਤੇ ਰਹੇ ਉਸ ਦਿਨ? ਇਹ ਹਰ ਜਾਨਵਰ ਆਪਣੀ ਤਰਤੀਬ ਦਾ ਖਾਂਦਾ। ਤੇ ਘੱਟ ਤੋਂ ਘੱਟ ਤੇ ਇਹ ਕਮ ਅਜ਼ ਕਮ ਤੁਹਾਨੂੰ 20 ਕਿਲੋ ਤੋਂ ਲੈ ਕੇ ਤੇ 40-50 ਕਿਲੋ ਤੱਕ ਜਾਨਵਰ ਲੱਭਣੇ ਨੇ। ਨਾਲ ਤੁਸੀਂ ਵੰਡਾ ਪਾਣਾ ਹੈ, ਆ ਰਜਵਾ ਸੈਲੇਜ ਪਾਣਾ ਹੈ, ਕੋਈ 1 ਕਿਲੋ 1.5 ਤੂੜੀ ਪਾਣੀ ਹੈ। ਯਾਰ ਇਹ ਕੰਮ ਬਹੁਤ ਆਸਾਨ ਹੈ ਸਿੱਖਣ ਵਾਲੇ ਵਾਸਤੇ, ਕਰਨ ਵਾਲੇ ਵਾਸਤੇ। ਤਰਤੀਬ ਵੀ ਹੋਣੀ ਚਾਹੀਦੀ ਹੈ ਨਾ, ਤਰਤੀਬ ਹੋਣੀ ਚਾਹੀਦੀ। ਤਰਤੀਬ ਹੋਣੀ ਚਾਹੀਦੀ, ਜਿਵੇਂ ਤੁਸੀਂ ਸਾਨੂੰ ਤੇ ਮਸ਼ਵਰਾ ਜੇ ਦੇ ਰਹੇ ਹੋ। ਤੁਸੀਂ ਅਨਾੜ ਪੁਣੇ 'ਚ ਹੀ ਲੱਗਣਾ ਤੇ ਉਹ ਤੁਸੀਂ ਫੇਲ ਹੋਣਾ। ਦੇਖੋ ਜੀ, ਇਹਨਾਂ ਚੋਂ ਇੱਕ ਅੱਧੀ ਚੀਜ਼ ਅਸੀਂ ਵੱਧ ਕਰ ਲਈਏ ਜਾਂ ਘਟਾ ਲਈਏ ਤੇ ਰਿਜ਼ਲਟ ਉਹ ਨਹੀਂ ਆਣਾ ਜਿਹੜਾ ਆਉਣਾ ਚਾਹੀਦਾ। ਇਸ ਤਰ੍ਹਾਂ ਹੁੰਦਾ ਨਾ। ਤੁਸੀਂ ਗਾਵਾਂ ਲੈਣ ਵਾਲੇ ਬਣੋ, ਜਿੱਥੋਂ ਵੀ ਲੱਭਦੀਆਂ ਤਸੱਲੀ ਨਾਲ ਲਵੋ, ਥਣ ਪਾਸ ਕਰਕੇ ਲਵੋ, ਚੋ ਕੇ ਲਵੋ, ਤਸੱਲਾ ਕਰੋ, ਦੇਖਭਾਲ ਉਹਨਾਂ ਦੀ ਪ੍ਰੋਪਰ। ਸਾਡੇ ਕੋਲ ਤੁਸੀਂ ਆਏ ਹੋ ਜਨਾਬ ਦੀ ਜਿਹੜੇ ਖਿਦਮਤ, ਤੇ ਇਹਨਾਂ ਲਈ ਤੇ ਜਨਾਬ ਜਾਨ ਵੀ ਹਾਜ਼ਰ ਹੈ, ਨੌਕਰ ਕੀ ਤੇ ਨਾਹਰਾ ਕੀ। ਨਹੀਂ ਇਹਨਾਂ ਦੀ ਸ਼ਕਤ ਹੈ ਜੀ, ਅੱਲਾ ਪਾਕ ਨੂੰ ਰਸਤਾ ਬਣਾਉਣਾ ਹੁੰਦਾ। ਇਹਨਾਂ ਦੇ ਨਾਲ ਲੱਗਿਆ ਕਈਆਂ ਦੀਆਂ ਚੀਕਾਂ ਨਿਕਲਦੀਆਂ ਨੇ। ਕਿਉਂ ਸਰ ਜੀ? ਅਸੀਂ ਤੇ ਆਏ ਜਨਾਬ ਚੀਕਾਂ ਕਢਾਉਣ ਲਈਆਂ, ਕਢਾਉਣੀਆਂ ਤੇ ਤੁੰਨ ਕੇ ਕਢਾਉਣੀਆਂ, ਪੂਰੀ ਤਿਆਰੀ ਨਾਲ ਕਢਾਉਣੀਆਂ। ਤਗੜੇ ਹੋਈਓ। ਕਿਉਂ ਸਰ? ਅੱਲਾ ਦੀ ਰਾਤ ਝੁਕਾਈ ਰੱਖੇ ਤੇ ਵਿਚਾਰੇ ਕੱਖ ਵੀ ਨਹੀਂ ਹੁੰਦੇ, ਐਵੇਂ ਹੀ ਚਾਰਾਂ ਨੇ ਜੇਬ 'ਚ ਪਾ ਕੇ ਜਾਂਦੇ ਨੇ, ਅਸੀਂ ਬੜੇ ਹੀਰੋ ਬਣ ਗਏ ਇਹ ਕਰਦਿਆਂ ਨੇ ਉਹ ਕਰਦਿਆਂ ਕਿ ਕਦੀ ਗਰਜਣ ਵਾਲੇ ਵੀ ਬੱਸੇ ਨੇ, ਐਵੇਂ ਹੀ ਛਾਪਰ ਮਹੱਲੇ ਦੇ ਇਕੱਠੇ ਹੋ ਕੇ ਤੇ ਲਾਲਾ ਸ਼ਾਵਾ ਕਰਦੀ ਇਹ ਛਾਪਰ ਕਰਾਂਗੇ ਬਈ ਤੁਹਾਨੂੰ ਛਾਪਰੋ ਅੱਲਾ ਖੈਰ ਕਰੇ। ਮਸ਼ਵਰਾ ਅੱਛਾ ਲੱਗੇ ਦੋਸਤਾਂ ਨੂੰ ਜ਼ਰੂਰ ਉਹਦੇ 'ਚ ਮਜ਼ੀਦ ਬਿਹਤਰੀ ਵਾਲੀ ਗੱਲ ਦੱਸੋ, ਕਮੈਂਟਾਂ 'ਚ ਦੱਸ ਦਿਓ, ਭਾਈ ਵੇਖ ਲੈਣਗੇ। ਤੇ ਸਾਡੇ ਕੋਲ ਤੇ ਜਿਹੜਾ ਇਹਦਾ ਬਖਤੀ ਅੱਗੋਂ ਪਿੱਛੋਂ ਮਾਸ਼ਾਅੱਲਾ ਬੜਾ ਉਹ ਕਿਰਿਆ ਕੁਰਿਆ ਉਹਨਾਂ ਨੇ ਖੋਲ ਦਿੱਤਾ। ਬੜੀਆਂ ਗੱਲਾਂ ਹੁੰਦੀਆਂ, ਗੱਲਾਂ ਦੀ ਅੱਗੋਂ ਅੱਲਾ ਇਹਨਾਂ ਦੇ ਨਸੀਬ ਕਰੇ। ਜਿਹੜਾ ਕਰਨ ਵਾਲਾ ਨਾ ਹੱਥੀ ਹੱਡ ਭੰਨਣ ਵਾਲਾ, ਉਹ ਦੁਨੀਆ ਦੀ ਹਰ ਕੰਮ 'ਚ ਕਾਮਯਾਬ। ਜਿਹੜਾ ਹੱਥੀ ਨਹੀਂ ਭੰਨ ਸਕਦਾ, ਉਹ ਭਾਵੇਂ ਆਇਨਸਟਾਈਨ ਨੂੰ ਝੁਕ ਲਿਆਇਆ ਆਪਣੇ ਕੰਮ ਤੇ, ਉਹ ਹਰ ਪਾਸੇ